ਤੁਸੀਂ ਸੁਣ ਰਹੇ ਹੋ ਬਾਤਾਂ ਦੇਸ਼ ਵਿਦੇਸ਼ ਦੀਆਂ ਵਿੱਚੋਂ ਅਗਲੀ ਬਾਤ ਬੋਲਣ ਵਾਲੀ ਮਛਲੀ। ਬਹੁਤ ਚਿਰ ਪਹਿਲਾਂ ਸਾਡੇ ਦਾਦੇ ਪੜਦਾਦੇ ਅਤੇ ਨੱਕੜ ਦਾਦਿਆਂ ਦੇ ਵੀ ਜੰਮਣ ਤੋਂ ਪਹਿਲਾਂ ਇੱਕ ਪਿੰਡ ਵਿੱਚ ਦੋ ਗੂੜ੍ਹੇ ਮਿੱਤਰ ਲੀ ਅਤੇ ਸਿੰਘ ਰਹਿੰਦੇ ਸਨ। ਉਹ ਦੋਵੇਂ ਇੱਕ ਸਾਂਝੇ ਘਰ ਵਿੱਚ ਰਹਿੰਦੇ ਸਨ। ਉਸ ਘਰ ਵਿੱਚ ਰਹਿਣ ਤੋਂ ਪਹਿਲਾਂ ਉਹ ਦੋਵੇਂ ਵੱਡੇ ਵੱਡੇ ਅਹੁਦਿਆਂ ਤੇ ਵੱਡੇ ਵੱਡੇ ਅਫਸਰ ਰਹਿ ਚੁੱਕੇ ਸਨ, ਪਰ ਉਹ ਲੋਕਾਂ ਨਾਲ ਬੜਾ ਮਾੜਾ ਸਲੂਕ ਕਰਦੇ ਹੁੰਦੇ ਸਨ। ਇਸ ਕਰਕੇ ਸਾਰੇ ਕਰਮਚਾਰੀ ਉਹਨਾਂ ਨੂੰ ਕਤਈ ਪਸੰਦ ਨਹੀਂ ਸਨ ਕਰਦੇ, ਸਗੋਂ ਉਹ ਤਾਂ ਉਹਨਾਂ ਨੂੰ ਅੰਦਰੇ ਅੰਦਰ ਸਖਤ ਨਫ਼ਰਤ ਕਰਦੇ ਸਨ। ਲੀ ਅਤੇ ਸਿੰਘ ਵਪਾਰੀਆਂ ਨੂੰ ਲੁੱਟਣ ਅਤੇ ਗਰੀਬਾਂ ਨਾਲ ਧੋਖਾਧੜੀ ਕਰਕੇ ਹੀ ਅਮੀਰ ਹੋਏ ਸਨ। ਉਹਨਾਂ ਨੇ ਨਾਜਾਇਜ਼ ਢੰਗ ਨਾਲ ਕਮਾਏ ਹੋਏ ਧਨ ਨਾਲ ਐਸ਼ੋ ਆਰਾਮ ਕਰਨ ਲਈ ਇੱਕ ਅਜਿਹੇ ਪਿੰਡ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਜਿੱਥੇ ਕਿ ਉਹ ਇਸ ਧਨ ਨਾਲ ਪੂਰੀ ਐਸ਼ ਕਰ ਸਕਣ। ਬਹੁਤ ਦੂਰ ਆਖਿਰ ਉਹਨਾਂ ਨੇ ਇੱਕ ਅਜਿਹਾ ਪਿੰਡ ਲੱਭ ਹੀ ਲਿਆ ਜਿੱਥੇ ਉਹ ਖੁਸ਼ੀ ਅਤੇ ਅਮਨ ਚੈਨ ਨਾਲ ਰਹਿ ਸਕਦੇ ਸਨ, ਜਿਹੜਾ ਕਿ ਉਹਨਾਂ ਨੂੰ ਨੌਕਰੀ ਦੌਰਾਨ ਕਦੇ ਨਹੀਂ ਸੀ ਮਿਲ ਸਕਿਆ। ਉਹਨਾਂ ਦਾ ਖਿਆਲ ਸੀ ਕਿ ਨਵੀਂ ਥਾਂ ਤੇ ਨਾ ਤਾਂ ਬੰਦੇ ਉਹਨਾਂ ਨੂੰ ਨਫ਼ਰਤ ਕਰਨਗੇ ਅਤੇ ਨਾ ਹੀ ਔਰਤਾਂ ਉਹਨਾਂ ਨੂੰ ਭੈੜਾ ਸਮਝਣਗੀਆਂ। ਇਹ ਸੋਚਾਂ ਸੋਚ ਕੇ ਉਹਨਾਂ ਨੇ ਦੂਰ ਦੁਰਾਡੇ ਪਿੰਡ ਵਿੱਚ ਸਭ ਤੋਂ ਖੂਬਸੂਰਤ ਘਰ ਖਰੀਦ ਲਿਆ। ਫਿਰ ਬਹੁਤ ਹੀ ਸਲੀਕੇ ਨਾਲ ਉਸ ਘਰ ਨੂੰ ਕੀਮਤੀ ਸਾਜ਼ੋ ਸਮਾਨ ਨਾਲ ਸਜਾਇਆ। ਘਰ ਦੀਆਂ ਦੀਵਾਰਾਂ ਉੱਤੇ ਵੱਡੇ ਵੱਡੇ ਸ਼ਾਇਰਾਂ ਦੀਆਂ ਕਵਿਤਾਵਾਂ ਅਤੇ ਕਹਾਵਤਾਂ ਉਕਰਵਾਈਆਂ ਅਤੇ ਵੱਡੇ ਵੱਡੇ ਚਿੱਤਰਕਾਰਾਂ ਦੇ ਬਣਾਏ ਹੋਏ ਖੂਬਸੂਰਤ ਚਿੱਤਰ ਲਾਏ। ਘਰ ਦੇ ਬਾਹਰ-ਬਾਹਰ ਬਾਗ ਬਗੀਚੇ ਬਣਵਾਏ, ਸੋਹਣੇ ਸੋਹਣੇ ਫੁੱਲ ਬੂਟੇ ਲਗਵਾਏ ਜਿਨ੍ਹਾਂ ਵਿੱਚ ਹੁਣ ਪੰਛੀ ਚਹਿਚਹਾਉਂਦੇ ਰਹਿੰਦੇ ਸਨ। ਉਹਨਾਂ ਨੇ ਉੱਥੇ ਬਹੁਤ ਸਾਰੇ ਅਜਿਹੇ ਰੁੱਖ ਵੀ ਲਗਵਾਏ ਜਿਨ੍ਹਾਂ ਦੀਆਂ ਟਾਹਣੀਆਂ ਅਤੇ ਪੱਤਿਆਂ ਨੂੰ ਸ਼ੇਰ, ਚੀਤੇ ਅਤੇ ਹੋਰ ਜੰਗਲੀ ਜਾਨਵਰਾਂ ਦੇ ਆਕਾਰਾਂ ਮੁਤਾਬਕ ਕੱਟ ਤਰਾਸ਼ ਕੇ ਬਣਾਇਆ ਗਿਆ ਸੀ। ਜਦੋਂ ਵੀ ਕਦੇ ਲੀ ਅਤੇ ਸਿੰਘ ਹੋਰਾਂ ਨੂੰ ਇਕੱਲਾਪਣ ਮਹਿਸੂਸ ਹੁੰਦਾ, ਉਹ ਆਪਣੇ ਨਾਲ ਦੇ ਗੁਆਂਢੀਆਂ ਨੂੰ ਦਾਵਤ 'ਤੇ ਸੱਦ ਲੈਂਦੇ ਅਤੇ ਦਾਵਤ ਤੋਂ ਬਾਅਦ ਉਹ ਕਦੇ-ਕਦੇ ਝੀਲ ਕਿਨਾਰੇ ਚਲੇ ਜਾਂਦੇ, ਜਿਹੜੀ ਉਸ ਇਲਾਕੇ ਦੇ ਐਨ ਵਿਚਕਾਰ ਬਣੀ ਹੋਈ ਸੀ। ਫਿਰ ਉਹ ਇੱਕ ਚਪਟੀ ਜਿਹੀ ਕਿਸ਼ਤੀ ਵਿੱਚ ਬੈਠ ਕੇ ਸੈਰ ਕਰਦੇ, ਜਿਹੜੀ ਕਿ ਉਸੇ ਪਿੰਡ ਦੇ ਕਾਰੀਗਰ ਨੇ ਹੀ ਬਣਾਈ ਹੋਈ ਸੀ। ਇੱਕ ਦਿਨ ਅਚਾਨਕ ਹੀ ਲੀ ਨੂੰ ਅਜੀਬ ਅਚਵੀ ਜਿਹੀ ਲੱਗੀ, ਜੋ ਵੱਧਦੀ ਤੇਜ਼ ਬੁਖਾਰ ਵਿੱਚ ਤਬਦੀਲ ਹੋ ਗਈ। ਹਿਰਨ ਦਾ ਸਿੰਗ ਪੀਸ ਕੇ ਉਸ ਵਿੱਚ ਸੱਪ ਦਾ ਖੂਨ ਰਲਾ ਕੇ ਇਹਨੂੰ ਦਿਓ। ਆਪਣੀਆਂ ਅੱਖਾਂ ਤੇ ਲੱਗੇ ਮੋਟੇ ਸ਼ੀਸ਼ਿਆਂ ਵਿੱਚੋਂ ਨੀਝ ਨਾਲ ਵੇਖਦਿਆਂ ਹੋਇਆਂ ਪਿੰਡ ਦੇ ਵੈਦ ਨੇ ਉਸ ਦੇ ਨੌਕਰਾਂ ਨੂੰ ਕਿਹਾ, ਇਸ ਗੱਲ ਦਾ ਵੀ ਖਿਆਲ ਰਹੇ ਕਿ ਇਸ ਨੂੰ ਇਕੱਲਾ ਬਿਲਕੁਲ ਨਹੀਂ ਛੱਡਣਾ, ਕਿਉਂਕਿ ਇਸ ਦੇ ਪਾਗਲ ਹੋ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ। ਮੈਂ ਕਹਿ ਨਹੀਂ ਸਕਦਾ ਕਿ ਜੇ ਇਸ ਦਾ ਪੂਰੀ ਤਰ੍ਹਾਂ ਧਿਆਨ ਨਾ ਰੱਖਿਆ ਗਿਆ ਤਾਂ ਕੀ ਪਤਾ ਇਹ ਕੀ ਕਰ ਬੈਠੇ। ਇਸ ਹਾਲਤ ਵਾਲੇ ਆਦਮੀ ਨੂੰ ਇੱਕ ਬੱਚੇ ਤੋਂ ਵੱਧ ਅਕਲ ਨਹੀਂ ਹੁੰਦੀ, ਵੈਦ ਨੇ ਆਪਣੀ ਗੱਲ ਤੇ ਜ਼ੋਰ ਦਿੰਦਿਆਂ ਕਿਹਾ। ਹੁਣ ਵੈਦ ਦੇ ਇਹਨਾਂ ਲਫ਼ਜ਼ਾਂ ਨੇ ਭਾਵੇਂ ਲੀ ਨੂੰ ਅੰਤਾਂ ਦਾ ਗੁੱਸਾ ਚੜ੍ਹਾ ਦਿੱਤਾ ਸੀ, ਪਰ ਉਹ ਬਹੁਤ ਬਿਮਾਰ ਹੋਣ ਕਰਕੇ ਮੋੜਵਾਂ ਜਵਾਬ ਨਹੀਂ ਦੇ ਸਕਿਆ। ਪਰ ਇਹ ਸਭ ਕੁਝ ਸੁਣ ਕੇ ਉਸਦਾ ਮੱਥਾ ਹੋਰ ਵੀ ਤਪਣ ਲੱਗ ਪਿਆ। ਜਿਉਂ ਹੀ ਉਹ ਅੱਖਾਂ ਬੰਦ ਕਰਕੇ ਲੇਟਿਆ, ਉਸਦਾ ਸਭ ਤੋਂ ਵਫ਼ਾਦਾਰ ਨੌਕਰ ਵੀ ਰੋਟੀ ਖਾਣ ਨੌਕਰਾਂ ਵਾਲੇ ਕਮਰੇ ਵਿੱਚ ਚਲਿਆ ਗਿਆ। ਉਹ ਹਾਲੇ ਮਸਾਂ 10 ਕੁ ਮਿੰਟ ਹੀ ਸੁੱਤਾ ਸੀ ਕਿ ਉਸਨੂੰ ਪਿਆਸ ਲੱਗੀ। ਪਾਣੀ ਪਾਣੀ ਉਹ ਬੁੜਬੁੜਾਇਆ, ਪਰ ਕਿਸੇ ਨੇ ਉਸਦੀ ਆਵਾਜ਼ ਨਾ ਸੁਣੀ। ਮੇਰੇ ਸਿਰ ਤੇ ਠੰਡਾ ਪਾਣੀ ਪਾਓ, ਮੈਂ ਤਾਪ ਨਾਲ ਮਰ ਚੱਲਿਆ। ਪਰ ਕਿਸੇ ਨੇ ਹੁੰਗਾਰਾ ਨਾ ਭਰਿਆ, ਕਿਉਂਕਿ ਉਸਦਾ ਨੌਕਰ ਆਪਣੇ ਸਾਥੀਆਂ ਨਾਲ ਰੋਟੀ ਦਾ ਆਨੰਦ ਲੈ ਰਿਹਾ ਸੀ। ਮੈਨੂੰ ਪੱਖੀ ਝੱਲੋ, ਉਹ ਆਪਣੀ ਰੇਸ਼ਮੀ ਕਮੀਜ਼ ਦੇ ਕਾਲਰ ਨੂੰ ਹਿਲਾਉਂਦਾ ਹੋਇਆ ਬੋਲਿਆ। ਇਹ ਲੂੰਦੀ ਹੋਈ ਗਰਮੀ ਮੈਨੂੰ ਮਾਰ ਸੁੱਟੇਗੀ, ਇਹ ਨਿਰੀ ਅੱਗ ਵਰ ਰਹੀ ਹੈ। ਵੈਗ ਆਪਣੇ ਕਮਜ਼ੋਰ ਹੱਥਾਂ ਨਾਲ ਤਾੜੀ ਮਾਰ ਕੇ ਉਸਨੇ ਆਪਣੇ ਨੌਕਰ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਪਾਣੀ ਪਾਣੀ, ਓਏ ਕੋਈ ਜਣਾ ਮੈਨੂੰ ਪੱਖੀ ਝੱਲੋ, ਉਹ ਬੁੜਬੁੜਾਇਆ। ਪਰ ਕੋਈ ਨਾ ਬੋੜਿਆ। ਪਰ ਮਰਦਾ ਕੀ ਨਾ ਕਰਦਾ। ਲੀ ਆਪਣੇ ਦੀਵਾਨ ਤੋਂ ਉੱਠਿਆ ਤੇ ਡਿੱਗਦਾ ਢਹਿੰਦਾ ਦਰਵਾਜ਼ੇ ਤੱਕ ਪਹੁੰਚਿਆ ਅਤੇ ਫਿਰ ਜਿੱਦਾਂ ਕਿੱਦਾਂ ਬਾਹਰ ਵਿਹੜੇ ਤੱਕ ਪਹੁੰਚ ਗਿਆ। ਫਿਰ ਹਿੰਮਤ ਇਕੱਠੀ ਕਰਕੇ ਤੰਗ ਗਲੀ 'ਚੋਂ ਹੁੰਦਾ ਹੋਇਆ ਬਾਹਰ ਝੀਲ ਲਾਗੇ ਬਾਗ ਵਿੱਚ ਪਹੁੰਚ ਗਿਆ। ਕੌਣ ਪਰਵਾਹ ਕਰਦਾ ਹੈ ਜਦੋਂ ਬੰਦਾ ਬਿਮਾਰ ਪੈ ਜਾਵੇ ਤਾਂ, ਉਹ ਖਿੱਚ ਕੇ ਬੋਲਿਆ। ਮੇਰਾ ਆਪਣਾ ਜਿਗਰੀ ਯਾਰ ਸਿੰਘ ਵੀ ਆਪਣੇ ਯਾਰਾਂ ਨਾਲ ਮਸਤੀ ਮਾਰ ਰਿਹਾ ਹੋਣਾ ਏ ਤੇ ਨੌਕਰ ਵੀ ਉਹਦੇ ਕੋਲ ਖਲੋਤਾ ਉਹਨੂੰ ਹੀ ਪੱਖੀ ਝੱਲ ਰਿਹਾ ਹੋਣਾ ਹੈ। ਉਸਦੇ ਲਾਗੇ ਬਰਫ਼ ਵੀ ਰੱਖੀ ਹੋਈ ਹੋਣੀ ਏ ਤਾਂ ਕਿ ਉਸਨੂੰ ਠੰਡੀ ਹਵਾ ਆਵੇ। ਉਹਨੂੰ ਕੀ ਲੱਗੇ ਭਾਵੇਂ ਮੈਂ ਤੇਜ਼ ਤਾਪ ਨਾਲ ਮਰ ਵੀ ਜਾਵਾਂ। ਇਸ ਵਿੱਚ ਹੁਣ ਕੋਈ ਸ਼ੱਕ ਨਹੀਂ ਰਿਹਾ ਕਿ ਉਹ ਮੇਰੀ ਜਾਇਦਾਦ ਦਾ ਵੀ ਵਾਰਸ ਬਣਨ ਦੀ ਉਮੀਦ ਰੱਖਦਾ ਹੈ।
ਉਹ ਹਰਾਮੀ ਨੌਕਰ ਵੈਂਗ ਇੰਨੇ ਸਾਲਾਂ ਤੋਂ ਮੇਰੇ ਨਾਲ ਰਹਿੰਦਾ ਏ, ਮੇਰੇ ਟੁਕੜਿਆਂ ਤੇ ਪਲ ਰਿਹਾ ਏ ਤੇ ਹੁਣ ਕਿਵੇਂ ਦਿਨੋਂ ਦਿਨ ਆਰਾਮ ਤਲਬ ਹੋਈ ਜਾ ਰਿਹਾ ਏ। ਕਾਹਦਾ ਧਿਆਨ ਹੈ ਉਸਨੂੰ ਮੇਰਾ, ਭਾਵੇਂ ਮੈਂ ਪਿਆਸਾ ਮਰ ਹੀ ਜਾਵਾਂ। ਮੈਨੂੰ ਪਤਾ ਹੈ ਕਿ ਸਿੰਘ ਦੇ ਨੌਕਰ ਉਹਦਾ ਹੀ ਧਿਆਨ ਰੱਖਣਗੇ, ਮੇਰੀ ਕਿਸੇ ਨੂੰ ਪਰਵਾਹ ਨਹੀਂ। ਪਾਣੀ ਪਾਣੀ ਮੈਂ ਸੱਚਮੁੱਚ ਮਰ ਜਾਵਾਂਗਾ ਜੇ ਹੁਣੇ ਹੀ ਮੇਰੇ ਪਿੰਡੇ ਤੇ ਠੰਡਾ ਪਾਣੀ ਨਾ ਪਿਆ ਤਾਂ। ਉਹ ਹਿੰਮਤ ਕਰਕੇ ਇੱਕ ਨਦੀ ਦੇ ਉਸ ਕਿਨਾਰੇ ਪਹੁੰਚ ਗਿਆ ਜਿੱਥੋਂ ਨਦੀ ਦਾ ਪਾਣੀ ਇੱਕ ਤਲਾਬ ਵਿੱਚ ਡਿੱਗ ਰਿਹਾ ਸੀ। ਤਲਾਬ ਵਿੱਚ ਮੱਛੀਆਂ ਤੈਰ ਰਹੀਆਂ ਸਨ। ਉੱਥੇ ਕੰਢੇ ਤੇ ਬੈਠ ਕੇ ਉਸਨੇ ਆਪਣੇ ਹੱਥ ਠੰਡੇ ਪਾਣੀ ਵਿੱਚ ਪਾਏ। ਹਾਏ ਕਿੰਨਾ ਸਕੂਨ ਮਿਲਿਆ। ਕਾਸ਼ ਇਹ ਪਾਣੀ ਇੰਨਾ ਡੂੰਘਾ ਹੁੰਦਾ ਕਿ ਉਸਦਾ ਸਾਰਾ ਸਰੀਰ ਉਸ ਵਿੱਚ ਡੁੱਬ ਸਕਦਾ ਤੇ ਉਹ ਕਿੰਨਾ ਤਰੋ-ਤਾਜ਼ਾ ਮਹਿਸੂਸ ਕਰਦਾ, ਉਹ ਸੋਚ ਰਿਹਾ ਸੀ। ਉਹ ਕੁਝ ਚਿਰ ਉੱਥੇ ਹੀ ਤਲਾਬ ਕਿਨਾਰੇ ਘਾਹ ਤੇ ਲੇਟਿਆ ਰਿਹਾ। ਵੈਦਾਂ ਤੋਂ ਦੂਰ ਉਸਦਾ ਬੁਖਾਰ ਹੋਰ ਤੇਜ਼ ਹੋਈ ਜਾ ਰਿਹਾ ਸੀ। ਫਿਰ ਉਸਨੇ ਸੋਚਿਆ ਕਿ ਉਹ ਕਾਹਦੀ ਉਡੀਕ ਕਰ ਰਿਹਾ ਹੈ। ਕਿਉਂ ਨਹੀਂ ਭਲਾ ਉਹ ਆਪਣੇ ਆਪ ਹੀ ਤਲਾਬ ਵਿੱਚ ਡੁਬਕੀ ਲਾ ਲੈਂਦਾ। ਪਾਣੀ ਵੀ ਇੰਨਾ ਡੂੰਘਾ ਨਹੀਂ ਕਿ ਉਹ ਡੁੱਬ ਜਾਵੇਗਾ। ਨਹੀਂ ਵੀ ਤਰਨਾ ਆਉਂਦਾ ਤਦ ਵੀ ਕੋਈ ਖਤਰਾ ਨਹੀਂ। ਤਲਾਬ ਦੇ ਕੰਢੇ ਹੌਲੀ ਹੌਲੀ ਤੁਰਦਾ ਹੋਇਆ ਲੀ ਉਸਦੇ ਪਾਣੀ ਵੱਲ ਬੜੀ ਹਸਰਤ ਨਾਲ ਵੇਖਦਾ ਰਿਹਾ। ਉਸਦਾ ਮਨ ਬੱਚਿਆਂ ਵਾਂਗ ਪਾਣੀ ਵਿੱਚ ਵੜਨ ਦੀ ਜਿੱਦ ਤੇ ਅੜਿਆ ਹੋਇਆ ਸੀ। ਇਹੋ ਜਿਹੀਆਂ ਸੋਚਾਂ ਸੋਚਦਾ ਹੋਇਆ ਲੀ ਤਲਾਬ ਦੇ ਕੰਢੇ ਖਲੋ ਗਿਆ। ਫਿਰ ਉਸਨੇ ਇੱਕ ਠੰਡਾ ਸਾਹ ਲਿਆ ਤੇ ਮੱਛੀਆਂ ਦੇ ਤਲਾਬ ਵਿੱਚ ਵੜ ਗਿਆ। ਫਿਰ ਉਸਨੇ ਤੈਰਨਾ ਸ਼ੁਰੂ ਕੀਤਾ। ਉਸਨੂੰ ਆਪਣਾ ਬਚਪਨ ਯਾਦ ਆ ਗਿਆ। ਇੱਥੇ ਭਲਾ ਪਾਣੀ ਵਿੱਚ ਤੈਰਨ ਦਾ ਰਿਵਾਜ਼ ਕਿਉਂ ਨਹੀਂ ਹੈ? ਮੇਰਾ ਵੱਸ ਚੱਲੇ ਤਾਂ ਮੈਂ ਪਾਣੀ ਵਿੱਚ ਹੀ ਰਹਾਂ, ਕਦੇ ਬਾਹਰ ਹੀ ਨਾ ਆਵਾਂ। ਮੇਰੇ ਲੋਕ ਤਾਂ ਪਾਣੀ ਵਿੱਚ ਪੈਰ ਪਾਉਣੋਂ ਵੀ ਡਰਦੇ ਨੇ, ਪਰ ਮੈਂ ਤਾਂ ਪਾਣੀ ਵਿੱਚ ਰਹਿਣ ਲਈ ਕੁਝ ਵੀ ਕੁਰਬਾਨ ਕਰ ਸਕਦਾ ਹਾਂ। ਕੀ ਤੂੰ ਸੱਚ ਕਹਿ ਰਿਹਾ ਹੈ? ਉਸਨੂੰ ਹੇਠੋਂ ਬੜੀ ਹੀ ਡਰਾਉਣੀ ਅਤੇ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ। ਫਿਰ ਕਿਸੇ ਦੇ ਜ਼ੋਰ ਦੀ ਹੱਸਣ ਦੀ ਆਵਾਜ਼ ਆਈ। ਇਹ ਸੁਣ ਕੇ ਲੀ ਇਸ ਤਰ੍ਹਾਂ ਟੱਪਿਆ ਜਿਵੇਂ ਅਚਾਨਕ ਕਿਸੇ ਨੇ ਉਸਨੂੰ ਤੀਰ ਮਾਰ ਦਿੱਤਾ ਹੋਵੇ। ਫਿਰ ਉਸਨੇ ਤਲਾਬ ਵੱਲ ਵੇਖਿਆ ਤੇ ਇੱਕ ਭੱਦੀ ਜਿਹੀ ਮਛਲੀ ਤੈਰ ਰਹੀ ਸੀ। ਉਸਦਾ ਡਰ ਗੁੱਸੇ ਵਿੱਚ ਬਦਲ ਗਿਆ। ਤੇਰੀ ਮੇਰੇ ਨਾਲ ਏਦਾਂ ਬੋਲਣ ਦੀ ਹਿੰਮਤ ਕਿਵੇਂ ਹੋਈ? ਤੂੰ ਜਮਾਤ ਵਿੱਚ ਕੁਝ ਵੀ ਨਹੀਂ ਸਿੱਖਿਆ? ਤੈਨੂੰ ਨਹੀਂ ਪਤਾ ਕਿ ਇਸ ਗੁਸਤਾਖੀ ਦੀ ਕੀ ਸਜ਼ਾ ਹੋ ਸਕਦੀ ਏ? ਮੱਛੀ ਹੁਣ ਹੋਰ ਵੀ ਜ਼ੋਰ ਦੀ ਹੱਸੀ। ਤੂੰ ਮੈਨੂੰ ਰੋਣ ਦੀ ਹੱਦ ਤੱਕ ਹਸਾ ਦਿੱਤਾ ਏ। ਭਲਾ ਮੈਂ ਕਿਹੜੀਆਂ ਜਮਾਤਾਂ ਲਾਈਆਂ ਨੇ ਕਦੇ? ਪਰ ਤੂੰ ਮੇਰੇ ਸਵਾਲਾਂ ਦਾ ਜਵਾਬ ਦੇ, ਲੀ ਚਿল্ਲਾਇਆ। ਚੱਲ ਪੁੱਛ, ਮੱਛੀ ਨੇ ਕਿਹਾ। ਪਹਿਲਾਂ ਇਹ ਦੱਸ ਕਿ ਤੂੰ ਹੱਸੀ ਕਿਉਂ ਸੀ? ਲੀ ਨੇ ਪੁੱਛਿਆ। ਇਸ ਲਈ ਕਿ ਤੁਸੀਂ ਅਜੀਬ ਜਿਹੇ ਜੀਵ ਜੋ ਆਪਣੇ ਆਪ ਨੂੰ ਬੰਦੇ ਕਹਿੰਦੇ ਹੋ ਅਤੇ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਸੱਭਿਅਕ ਪ੍ਰਾਣੀ ਸਮਝਦੇ ਹੋ, ਹਮੇਸ਼ਾ ਇਸ ਭੁਲੇਖੇ ਵਿੱਚ ਰਹਿੰਦੇ ਹੋ ਕਿ ਤੁਹਾਨੂੰ ਸਭ ਕੁਝ ਪਤਾ ਹੈ, ਜਦੋਂ ਕਿ ਮੈਂ ਸਮਝਦੀ ਹਾਂ ਕਿ ਤੁਹਾਨੂੰ ਕੱਖ ਨਹੀਂ ਪਤਾ। ਤੇਰਾ ਮਤਲਬ ਜਾਪਾਨੀਆਂ ਤੋਂ ਹੈ? ਲੀ ਵਿੱਚੋਂ ਹੀ ਬੋਲ ਪਿਆ। ਅਸੀਂ ਚੀਨੀ ਲੋਕ ਏਦਾਂ ਨਹੀਂ ਸੋਚਦੇ। ਇਹ ਸੁਣ ਕੇ ਮੱਛੀ ਠਹਾਕਾ ਮਾਰ ਕੇ ਹੱਸ ਪਈ। ਆਹ, ਜਿਹੜੀ ਹੁਣੇ ਹਮੇਸ਼ਾ ਪਾਣੀ ਵਿੱਚ ਰਹਿਣ ਦੀ ਗੱਲ ਕੀਤੀ ਸੀ, ਉਸਦਾ ਤੈਨੂੰ ਕੁਝ ਇਲਮ ਵੀ ਏ? ਵੈਸੇ ਤੈਨੂੰ ਪਾਣੀ ਬਾਰੇ ਪਤਾ ਹੀ ਕੀ ਏ? ਤੈਨੂੰ ਤਾਂ ਪਾਣੀ ਵਿੱਚ ਤੈਰਨ ਲਈ ਕਿਸੇ ਨੇ ਚੱਜ ਦੇ ਕੱਪੜੇ ਵੀ ਦੇ ਕੇ ਨਹੀਂ ਤੋਰਿਆ। ਕੀ ਕਰੇਂਗਾ ਆਖਰ ਤੂੰ ਜੇ ਕਿਤੇ ਤੈਨੂੰ ਪਾਣੀ ਵਿੱਚ ਹੀ ਰਹਿਣਾ ਪੈ ਗਿਆ? ਤੇ ਆਹ ਹੋਰ ਤੇਰੇ ਸਾਹਮਣੇ ਕੀ ਕਰ ਰਿਹਾ ਹਾਂ? ਲੀ ਸ਼ਰਮਿੰਦਗੀ ਅਤੇ ਘਬਰਾਹਟ ਭਰੇ ਗੁੱਸੇ ਵਿੱਚ ਬੋਲਿਆ। ਟੱਕਰਾਂ ਮਾਰ ਰਿਹਾ। ਹੋਰ ਕੀ ਕਰ ਰਿਹਾ? ਮੱਛੀ ਨੇ ਮਜ਼ਾਕ ਕਰਨ ਦੇ ਲਹਿਜ਼ੇ ਵਿੱਚ ਕਿਹਾ। ਇਹ ਤੇਰੀਆਂ ਅੱਖਾਂ ਨੇ ਕਿ ਕੌਲ ਡੋਡੇ? ਲੀ ਨੇ ਖਿੱਝ ਕੇ ਕਿਹਾ। ਹਾਂ ਮੈਂ ਦੇਖ ਤਾਂ ਰਹੀ ਹਾਂ ਤੈਨੂੰ ਆਪਣੀਆਂ ਅੱਖਾਂ ਨਾਲ। ਇਹ ਤੂੰ ਏਦਾਂ ਕਿਉਂ ਲੱਗ ਰਿਹਾ ਜਿੱਦਾਂ ਕੋਈ ਮੱਝ ਚਿੱਕੜ ਵਿੱਚ ਪਲਸੇਟੇ ਮਾਰ ਰਹੀ ਹੋਵੇ? ਹੁਣ ਤੱਕ ਤਾਂ ਲੀ, ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਤੈਰਾਕ ਸਮਝ ਰਿਹਾ ਸੀ, ਇਸ ਮੱਛੀ ਦੇ ਸਾਹਮਣੇ ਟਿੱਚ ਵੀ ਨਾ ਰਹਿ ਗਿਆ। ਸ਼ਰਮਿੰਦਗੀ ਵਿੱਚ ਬਸ ਇੰਨਾ ਹੀ ਕਰ ਸਕਿਆ ਕਿ ਸਾਰਾ ਜ਼ੋਰ ਲਾ ਕੇ ਏਦਾਂ ਲੱਤਾਂ ਬਾਹਾਂ ਮਾਰਨ ਲੱਗ ਪਿਆ ਕਿ ਘੱਟ ਤੋਂ ਘੱਟ ਡੁੱਬਣੋਂ ਬਚਿਆ ਰਹੇ। ਜਿਉਂ-ਜਿਉਂ ਮੱਛੀ ਉਸਨੂੰ ਟਿਚਰਾਂ ਕਰੀ ਜਾਂਦੀ ਸੀ, ਤਿਉਂ-ਤਿਉਂ ਲੀ ਨੂੰ ਹੋਰ ਗੁੱਸਾ ਚੜ੍ਹਦਾ ਗਿਆ ਤੇ ਉੱਧਰ ਮੱਛੀ ਵੀ ਹੋਰ ਚੁਭਵੇਂ ਸਵਾਲ ਕਰਕੇ ਉਸਨੂੰ ਖਿਜਾ ਰਹੀ ਸੀ। ਤੂੰ ਆਪਣੇ ਆਪ ਦੇ ਸਾਹ ਲੈਣ ਦਾ ਵੀ ਬਹੁਤ ਘਟੀਆ ਪ੍ਰਬੰਧ ਕੀਤਾ ਹੈ। ਤਲਾਬ ਦੇ ਜਲ ਤੇ ਜਾ ਕੇ ਤੇਰਾ ਇੰਨਾ ਬੁਰਾ ਹਾਲ ਹੋਊਗਾ ਜਿੰਨਾ ਕਿ ਕਿਸੇ ਮਛਲੀ ਦਾ ਖੰਜੂਰ ਦੀ ਟੀਸੀ ਤੇ ਚੜ੍ਹ ਕੇ ਵੀ ਨਾ ਹੋਵੇ। ਤੂੰ ਆਪਣੇ ਆਪ ਨੂੰ ਭੁੱਖਿਆ ਮਰਨ ਤੋਂ ਕਿਵੇਂ ਬਚਾਵੇਂਗਾ? ਨਾਲੇ ਤੂੰ ਕੀ ਸਮਝਦਾ ਹੈ ਕਿ ਜਦੋਂ ਤੇਰਾ ਜੀਅ ਕਰੂ ਤੂੰ ਝਟਪਟ ਭੁੜਕ ਕੇ ਪਾਣੀ ਚੋਂ ਬਾਹਰ ਆ ਜਾਵੇਂਗਾ? ਬੰਦਿਆ, ਤੇਰੇ ਵਿੱਚ ਕੋਈ ਇੱਕ ਵੀ ਲੱਛਣ ਅਜਿਹਾ ਨਹੀਂ ਦਿਸਦਾ ਜਿਸ ਤੋਂ ਜਾਪੇ ਕਿ ਤੂੰ ਜਲ ਜੀਵਾਂ ਵਿੱਚ ਵਿਚਰ ਸਕੇ। ਜਰਾ ਆਪਣੇ ਕੱਪੜੇ ਤਾਂ ਵੇਖ ਕਿੰਨੇ ਭਾਰੇ ਨੇ, ਪਾਣੀ ਨਾਲ ਭਿੱਜ ਕੇ ਗੁਲਗੁਲਿਆਂ ਵਾਂਗ ਫੁੱਲੇ ਹੋਏ ਨੇ। ਤੈਨੂੰ ਕੀ ਲੱਗਦਾ ਹੈ ਕਿ ਬੁਖਾਰ ਅਤੇ ਠੰਡ ਤੋਂ ਬਚਣ ਲਈ ਇਹ ਬਹੁਤ ਵਧੀਆ ਨੇ?
ਕੁਦਰਤ ਨੇ ਤੈਨੂੰ ਠੰਡ ਅਤੇ ਤਾਪ ਤੋਂ ਬਚਾਉਣ ਲਈ ਤੇਰੇ ਸਰੀਰ ਤੇ ਸਾਡੇ ਮਛਲੀਆਂ ਵਾਂਗ ਨਿੱਕੀਆਂ ਨਿੱਕੀਆਂ ਪਤਲੀਆਂ ਪਤਲੀਆਂ ਕੂਲੀਆਂ ਕੂਲੀਆਂ ਖੰਭਾਂ ਵਰਗੀਆਂ ਝਿੱਲੀਆਂ ਨਹੀਂ ਬਣਾਈਆਂ। ਅਸੀਂ ਮੱਛੀਆਂ ਇਹਨਾਂ ਕਰਕੇ ਹੀ ਪਹਿਚਾਨੀਆਂ ਜਾਂਦੀਆਂ ਹਾਂ। ਤੇਰੇ ਕੋਲ ਤਾਂ ਮੱਛੀਆਂ ਵਰਗਾ ਅਜਿਹਾ ਕੁਝ ਵੀ ਨਹੀਂ। ਬਸ ਕੁਦਰਤ ਨੇ ਤੈਨੂੰ ਇੱਕ ਚਮੜੀ ਜ਼ਰੂਰ ਦਿੱਤੀ ਹੈ ਤੇ ਉਸ ਨੂੰ ਢਕਣ ਲਈ ਕੁਝ ਨਹੀਂ ਦਿੱਤਾ, ਸਿਵਾਏ ਤੇਰੇ ਹੱਥਾਂ ਪੈਰਾਂ ਉੱਤੇ ਲੱਗੇ ਨੋਹਾਂ ਤੋਂ। ਹੁਣ ਤੂੰ ਇਹ ਦੱਸ ਬੰਦਿਆ ਕਿ ਮੇਰੀ ਕੋਈ ਗੱਲ ਤੇਰੀ ਅਕਲ ਦੇ ਖਾਨੇ ਵਿੱਚ ਪਈ ਕਿ ਨਹੀਂ। ਤੈਨੂੰ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਤੇਰਾ ਮਛਲੀ ਬਣਨ ਦਾ ਵਿਚਾਰ ਕਿੰਨਾ ਬਕਵਾਸ ਏ, ਕਿੰਨਾ ਬੇਹੂਦਾ ਏ। ਪਰ ਲੀ ਨੂੰ ਤਾਂ ਬਸ ਇੰਨਾ ਹੀ ਅਹਿਸਾਸ ਹੋਇਆ ਕਿ ਇੰਨੇ ਤੇਜ਼ ਬੁਖਾਰ ਦੇ ਬਾਵਜੂਦ ਪਾਣੀ ਵਿੱਚ ਉਤਰ ਕੇ ਉਸਨੂੰ ਬਹੁਤ ਚੈਨ ਮਿਲਿਆ ਸੀ ਅਤੇ ਹੁਣ ਤੋਂ ਪਹਿਲਾਂ ਉਸਨੂੰ ਕਦੇ ਵੀ ਇਸ ਗੱਲ ਦਾ ਖਿਆਲ ਤੱਕ ਨਹੀਂ ਸੀ ਆਇਆ ਕਿ ਮਨੁੱਖ ਹੋਣ ਦੇ ਵੀ ਕਿੰਨੇ ਨੁਕਸਾਨ ਹੋ ਸਕਦੇ ਹਨ। ਉਸਨੇ ਮਨ ਹੀ ਮਨ ਸੋਚਿਆ ਕਿ ਕਿਉਂ ਨਾ ਮੈਂ ਇਸ ਮੌਕੇ ਦਾ ਫਾਇਦਾ ਉਠਾਵਾਂ ਤੇ ਮੱਛੀ ਨੂੰ ਇਸ ਨਾਮੁਰਾਦ ਮਨੁੱਖੀ ਜਾਮੇ ਤੋਂ ਛੁਟਕਾਰਾ ਪਾਉਣ ਦਾ ਕੋਈ ਉਪਾਅ ਪੁੱਛਾਂ। ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਲਵਾਂ ਜੋ ਸਿਰਫ ਮੱਛੀਆਂ ਦੇ ਹਿੱਸੇ ਹੀ ਆਈਆਂ ਨੇ। ਲੀ ਕਹਿਣ ਲੱਗਾ, ਹੇ ਮਛਲੀ, ਕੀ ਤੂੰ ਆਪਣੇ ਮੱਛੀ ਵਾਲੇ ਜਾਮੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ? ਕੀ ਤੈਨੂੰ ਕਦੇ ਖਿਆਲ ਨਹੀਂ ਆਇਆ ਕਿ ਤੂੰ ਮੱਛੀ ਨਾ ਹੋ ਕੇ ਮਨੁੱਖ ਹੁੰਦੀ? ਮੈਂ ਤੇ ਮਨੁੱਖ? ਮੱਛੀ ਗੁੱਸੇ ਨਾਲ ਕੜਕੀ ਅਤੇ ਆਪਣੀ ਪੂਛ ਨਾਲ ਪਾਣੀ ਉਥਲ ਪੁਥਲ ਕਰ ਦਿੱਤਾ। ਤੂੰ ਜ਼ਰੂਰਤ ਹੀ ਕਿੱਦਾਂ ਕੀਤੀ ਮੇਰੇ ਲਈ ਇੰਨਾ ਬੇਹੂਦਾ ਸੋਚਣ ਦੀ? ਤੈਨੂੰ ਮੇਰੇ ਰੁਤਬੇ ਦਾ ਖਿਆਲ ਨਹੀਂ ਆਇਆ ਕਿ ਤੈਨੂੰ ਮੇਰੇ ਵਿੱਚੋਂ ਮੇਰੇ ਸ਼ਾਹੀ ਖਾਨਦਾਨ ਦੀ ਝਲਕ ਵੀ ਨਹੀਂ ਵਿਖਾਲੀ ਦਿੱਤੀ? ਇਹ ਸੁਣ ਕੇ ਲੀ ਸ਼ਰਮਿੰਦਾ ਹੋ ਗਿਆ। ਤਾਂ ਫਿਰ ਵਾਸਤਾ ਹੀ ਮੇਰੇ ਆਕਾ, ਮੈਂ ਤੇਰਾ ਸ਼ੁਕਰਗੁਜ਼ਾਰ ਹੋਵਾਂਗਾ ਜੇ ਤੂੰ ਆਪਣੇ ਰਾਜੇ ਕੋਲ ਮੇਰੀ ਗੁਜ਼ਾਰਿਸ਼ ਕਰੇ। ਕੀ ਤੂੰ ਇਹ ਸਮਝਦੀ ਹੈ ਕਿ ਕਿਸੇ ਤਰ੍ਹਾਂ ਇਹ ਹੋ ਸਕਦਾ ਹੈ ਕਿ ਉਹ ਮੈਨੂੰ ਮੱਛੀ ਦੇ ਰੂਪ ਵਿੱਚ ਤਬਦੀਲ ਕਰਕੇ ਆਪਣੀਆਂ ਮੱਛੀਆਂ ਦੀ ਪਰਜਾ ਵਿੱਚ ਸ਼ਾਮਿਲ ਕਰ ਲਵੇ? ਹਾਂ ਹਾਂ, ਕਿਉਂ ਨਹੀਂ। ਸਾਡਾ ਰਾਜਾ ਤਾਂ ਕੁਝ ਵੀ ਕਰ ਸਕਦਾ ਹੈ। ਮੇਰਾ ਰਾਜਾ ਮਹਾਨ ਜਲ ਦੇਵਤਾ ਦੇ ਵੰਸ਼ ਵਿੱਚੋਂ ਹੈ। ਉਹ ਅਮਰ ਹੈ, ਉਹ ਕਦੇ ਨਹੀਂ ਮਰਦਾ, ਉਹ ਜਿਉਂਦਾ ਹੀ ਰਹੇਗਾ ਹਮੇਸ਼ਾ ਹਮੇਸ਼ਾ। ਹੈ ਸੱਚੀ? ਲੀ ਦਾ ਹੈਰਾਨੀ ਨਾਲ ਮੂੰਹ ਅੱਡਿਆ ਹੀ ਰਹਿ ਗਿਆ। ਇੱਦਾਂ ਦਾ ਤਾਂ ਸਾਡਾ ਸਵਰਗ ਦਾ ਪੁੱਤਰ ਸਭ ਤੋਂ ਵੱਧ ਪੂਜਿਆ ਜਾਣ ਵਾਲਾ ਬਾਦਸ਼ਾਹ ਵੀ ਨਹੀਂ ਕਰ ਸਕਦਾ। ਲੈ, ਮੈਂ ਅੱਜ ਤੋਂ ਆਪਣੇ ਆਪ ਨੂੰ ਤੁਹਾਡੇ ਰਾਜਾ ਜੀ ਦੇ ਹਵਾਲੇ ਕਰਦਾ ਹਾਂ। ਚੰਗਾ ਫਿਰ, ਮੇਰੇ ਮਗਰ ਮਗਰ ਤਰਦਾ, ਮੱਛੀ ਨੇ ਮੁਸਕਰਾ ਕੇ ਕਿਹਾ ਤੇ ਪਾਣੀ ਵਿੱਚ ਡੂੰਘਾ ਤੈਰਨਾ ਸ਼ੁਰੂ ਕਰ ਦਿੱਤਾ। ਲੀ ਬਹੁਤ ਕੋਸ਼ਿਸ਼ ਕਰਕੇ ਪਾਸੇ ਮਾਰਦਾ ਹੋਇਆ ਉਸਦੇ ਮਗਰ ਜਾ ਰਿਹਾ ਸੀ, ਪਰ ਉਸ ਤੋਂ ਮੱਛੀ ਵਾਂਗ ਤੈਰਿਆ ਨਹੀਂ ਸੀ ਜਾ ਰਿਹਾ। ਹਾਰ ਕੇ ਉਸਨੇ ਤਰਲੇ ਨਾਲ ਆਖਿਆ, ਇੱਕ ਪਲ ਰੁਕ ਕੇ ਮੇਰੀ ਗੱਲ ਤਾਂ ਸੁਣ। ਮੱਛੀ ਨੇ ਉਸਦੀ ਆਵਾਜ਼ ਸੁਣ ਕੇ ਪਿੱਛੇ ਮੁੜ ਕੇ ਵੇਖਿਆ। ਲੀ ਹੌਲੀ ਹੌਲੀ ਤਰਦਾ ਹੋਇਆ ਉਸਦੇ ਕੋਲ ਪੁੱਜਿਆ ਤੇ ਕਹਿਣ ਲੱਗਾ, ਮੈਂ ਤੈਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੂੰ ਇਹ ਨਾ ਭੁੱਲ ਕਿ ਮੈਂ ਹਾਲੇ ਬੰਦਾ ਹਾਂ, ਤੇਰੇ ਵਾਂਗ ਮੱਛੀ ਨਹੀਂ ਬਣਿਆ। ਓ ਮੈਨੂੰ ਮੁਆਫ ਕਰੀਂ, ਮੈਂ ਵੀ ਕਿੱਡੀ ਮੂਰਖ ਹਾਂ, ਕਦੋਂ ਦੀ ਤੇਰੇ ਨਾਲ ਗੱਲਾਂ ਕਰ ਰਹੀ ਹਾਂ ਤੇ ਭੁੱਲ ਹੀ ਗਈ ਕਿ ਤੂੰ ਤਾਂ ਆਦਮੀ ਏ। ਇਹ ਆਖ ਕੇ ਮੱਛੀ ਲੀ ਦੇ ਨਾਲ ਹੌਲੀ ਹੌਲੀ ਤੈਰਨ ਲੱਗੀ। ਫਿਰ ਉਹ ਦੋਵੇਂ ਤਲਾਬ ਦੇ ਇੱਕ ਸਿਰੇ ਤੇ ਪਹੁੰਚ ਗਏ, ਜਿੱਥੇ ਇੱਕ ਬਹੁਤ ਹੀ ਵੱਡੇ ਆਕਾਰ ਦੀ ਮੱਛੀ ਬੜੀ ਮੜਕ ਨਾਲ ਕਲਪ ਕਲਪ ਕਰਕੇ ਤੈਰ ਰਹੀ ਸੀ। ਉਹ ਬੜੀ ਨਜ਼ਾਕਤ ਨਾਲ ਆਪਣੇ ਖੰਭਾਂ ਨੂੰ ਹਿਲਾ ਹਿਲਾ ਕੇ ਆਪਣੀ ਹੀ ਮਸਤੀ ਵਿੱਚ ਅਠਗੇਲੀਆਂ ਕਰ ਰਹੀ ਸੀ। ਉਹ ਉਹਨਾਂ ਦੀ ਰਾਜਾ ਮਛਲੀ ਸੀ। ਉਸ ਦੇ ਇਰਦ ਗਿਰਦ ਉਸਦੀਆਂ ਸੇਵਕ ਮੱਛੀਆਂ ਤੈਰ ਰਹੀਆਂ ਸਨ। ਸਭ ਰਾਜਾ ਮੱਛੀ ਵੱਲ ਇਸ ਤਰ੍ਹਾਂ ਵੇਖ ਰਹੀਆਂ ਸਨ ਜਿਵੇਂ ਕਿ ਹਰ ਪਲ ਉਸਦੇ ਕਿਸੇ ਵੀ ਤਰ੍ਹਾਂ ਦੇ ਹੁਕਮ ਦੀ ਉਡੀਕ ਕਰ ਰਹੀਆਂ ਹੋਣ। ਉਹਨਾਂ ਵਿੱਚੋਂ ਹੀ ਇੱਕ ਸੇਵਾਦਾਰ ਮਛਲੀ ਨੇ ਦੂਰੋਂ ਹੀ ਲੀ ਅਤੇ ਸ਼ਾਹੀ ਮੱਛੀ ਨੂੰ ਆਉਂਦਿਆਂ ਵੇਖ ਕੇ ਐਲਾਨ ਕੀਤਾ, ਹੋਸ਼ਿਆਰ ਹੋਸ਼ਿਆਰ, ਆਪਣੀ ਸ਼ਾਹੀ ਮੱਛੀ ਇੱਕ ਆਦਮੀ ਨੂੰ ਲੈ ਕੇ ਪਧਾਰ ਰਹੀ ਹੈ। ਪਾਸ ਆ ਜਾਣ ਤੇ ਰਾਜਾ ਮਛਲੀ ਨੇ ਲੀ ਵੱਲ ਵੇਖ ਕੇ ਪੁੱਛਿਆ, ਇਹ ਕੌਣ ਹੈ? ਇਸ ਨੂੰ ਸ਼ਾਹੀ ਦਰਬਾਰ ਵਿੱਚ ਕਿਉਂ ਲਿਆਂਦਾ ਗਿਆ ਹੈ? ਲੀ ਨੂੰ ਲੈ ਕੇ ਆਈ ਸ਼ਾਹੀ ਮੱਛੀ ਸੋਚਾਂ ਵਿੱਚ ਪੈ ਗਈ ਕਿ ਉਹ ਆਪਣੀ ਗੱਲ ਕਿਸ ਅੰਦਾਜ਼ ਵਿੱਚ ਕਹੇ। ਰਾਜਾ ਮਛਲੀ ਨੇ ਆਪਣੇ ਸੁਨਹਿਰੀ ਲਿਸ਼ਕਾਂ ਮਾਰਦੇ ਖੰਭਾਂ ਨੂੰ ਲਹਿਰਾਇਆ ਅਤੇ ਇੱਕ ਵਾਰ ਫਿਰ ਆਪਣਾ ਸਵਾਲ ਦੁਹਰਾਇਆ, ਇਹ ਆਦਮੀ ਇੱਥੇ ਕੀ ਲੈਣ ਆਇਆ ਹੈ? ਇਹ ਆਦਮੀ ਬਹੁਤ ਗਰੀਬ ਅਤੇ ਲਾਚਾਰ ਹੈ ਮੇਰੇ ਹਜ਼ੂਰ। ਇਹ ਤੁਹਾਡੇ ਪਾਸ ਫਰਿਆਦ ਲੈ ਕੇ ਆਇਆ ਹੈ, ਜੇ ਇਜਾਜ਼ਤ ਹੋਵੇ ਤਾਂ ਅਰਜ਼ ਕਰੇ। ਰਾਜਾ ਮੱਛੀ ਨੇ ਕਿਹਾ, ਜਦੋਂ ਕੋਈ ਆਦਮੀ ਜਾਤ ਇੱਕ ਮੱਛੀ ਕੋਲੋਂ ਲਿਹਾਜ਼ ਮੰਗਦਾ ਹੈ ਤਾਂ ਇਹ ਨਾ ਭੁੱਲੋ ਕਿ ਉਹ ਮਹਿਜ ਉਸਨੂੰ ਮਾਰ ਕੇ ਖਾਣੇ ਵਾਲੀ ਮੇਜ਼ ਤੇ ਸਜਾਉਣਾ ਚਾਹੁੰਦਾ ਹੈ। ਪਰ ਫਿਰ ਵੀ ਜੇ ਕਿਸੇ ਹੋਰ ਮਕਸਦ ਨਾਲ ਆਇਆ ਹੈ ਤਾਂ ਕਹੋ। ਇਸ ਤੋਂ ਪਹਿਲਾਂ ਕਿ ਸ਼ਾਹੀ ਮੱਛੀ ਕੁਝ ਬੋਲਦੀ, ਲੀ ਨੇ ਗੋਡਿਆਂ ਭਰ ਹੋ ਕੇ ਸਲਾਮ ਕੀਤੀ ਅਤੇ ਅਰਜ਼ ਗੁਜ਼ਾਰੀ, ਹਜ਼ੂਰ,
ਸੱਚਮੁੱਚ ਮੈਂ ਇੱਕ ਨਿਮਾਣਾ ਜਿਹਾ ਆਦਮੀ ਹਾਂ ਜੋ ਤੁਹਾਡੀ ਰਹਿਮਤ ਅਤੇ ਅਹਿਸਾਨ ਚਾਹੁੰਦਾ ਹਾਂ। ਕਿਰਪਾ ਕਰਕੇ ਮੈਨੂੰ ਵੀ ਤੁਸੀਂ ਆਪਣੀਆਂ ਮਛਲੀਆਂ ਦੀ ਪਰਜਾ ਵਿੱਚ ਸ਼ਾਮਿਲ ਕਰ ਲਓ। ਮੈਂ ਹਮੇਸ਼ਾ ਆਪ ਜੀ ਦਾ ਤਾਬਿਆਦਾਰ ਅਤੇ ਸਦਾ ਸੇਵਕ ਬਣ ਕੇ ਰਹਾਂਗਾ। ਇਹ ਸੁਣ ਕੇ ਰਾਜੇ ਨੇ ਕਿਹਾ, ਤੂੰ ਕਿੰਨਾ ਚਿੱਕੜ ਅਤੇ ਮਿੱਟੀ ਨਾਲ ਲਿਬੜਿਆ ਪਿਆ ਏ। ਪਹਿਲਾਂ ਆਪਣੇ ਆਪ ਨੂੰ ਸਾਫ਼ ਕਰ। ਹਾਂ, ਮੈਨੂੰ ਆਪਣੀ ਜਾਦੂਈ ਸ਼ਕਤੀ ਤੋਂ ਪਤਾ ਲੱਗ ਗਿਆ ਹੈ ਕਿ ਤੂੰ ਮੱਛੀ ਬਣਨਾ ਚਾਹੁੰਦਾ ਏ। ਰਾਜਾ ਮੱਛੀ ਨੇ ਆਪਣੇ ਇੱਕ ਦਰਬਾਰੀ ਨੂੰ ਆਵਾਜ਼ ਮਾਰੀ ਅਤੇ ਹੁਕਮ ਦਿੱਤਾ, ਜਲਦੀ ਜਾ ਕੇ ਇਸ ਆਦਮੀ ਦੇ ਨਾਪ ਦੀ ਖਲ ਦਾ ਇੰਤਜ਼ਾਮ ਕੀਤਾ ਜਾਵੇ। ਰਾਜੇ ਦੇ ਹੁਕਮ ਦੀ ਤਾਮੀਲ ਹੋਈ ਅਤੇ ਉਸ ਆਦਮੀ ਦੇ ਨਾਪ ਦੀ ਮਛਲੀ ਦੀ ਚਮੜੀ ਲਿਆਂਦੀ ਗਈ ਅਤੇ ਲੀ ਨੂੰ ਪਹਿਨਾ ਦਿੱਤੀ ਗਈ। ਲੀ ਦੇ ਸਰੀਰ ਵਿੱਚ ਅਜੀਬ ਤਰ੍ਹਾਂ ਦੀ ਪੀੜ ਹੋਣੀ ਸ਼ੁਰੂ ਹੋ ਗਈ। ਹੌਲੀ ਹੌਲੀ ਉਸਦੀਆਂ ਲੱਤਾਂ ਜੁੜਨੀਆਂ ਸ਼ੁਰੂ ਹੋ ਗਈਆਂ। ਉਸਦੇ ਹੱਥ ਨਿੱਕੇ ਨਿੱਕੇ ਹੋ ਗਏ, ਜਿਨ੍ਹਾਂ ਤੇ ਮੱਛੀਆਂ ਵਾਂਗੂ ਨਿੱਕੇ ਨਿੱਕੇ ਖੰਭ ਉੱਗਣੇ ਸ਼ੁਰੂ ਹੋ ਗਏ। ਉਸਦੇ ਪਿੱਛੇ ਨਿੱਕੀ ਜਿਹੀ ਪੂਛ ਨਿਕਲ ਆਈ। ਲੀ ਨੇ ਤੈਰਨਾ ਸ਼ੁਰੂ ਕੀਤਾ। ਉਸਨੂੰ ਵੇਖ ਕੇ ਰਾਜਾ ਮੱਛੀ ਹੱਸ ਪਈ। ਇੰਨੀ ਕਾਹਲੀ ਨਾ ਕਰ। ਇਸ ਤੋਂ ਪਹਿਲਾਂ ਕਿ ਤੂੰ ਤਲਾਬ ਵਿੱਚ ਤੈਰਨਾ ਸ਼ੁਰੂ ਕਰੇ, ਤੈਨੂੰ ਤਲਾਬ ਦੇ ਕਿਰਾਏ ਵਜੋਂ ਆਪਣਾ ਸਾਰਾ ਕੰਮ ਖੁਦ ਕਰਨਾ ਪਵੇਗਾ। ਮੈਂ ਤੁਹਾਡੀ ਹਰ ਗੱਲ ਸੁਣ ਰਿਹਾ ਹਾਂ ਅਤੇ ਸਮਝ ਵੀ ਰਿਹਾ ਹਾਂ। ਮੈਂ ਇੱਥੋਂ ਦਾ ਕਾਇਦਾ ਕਾਨੂੰਨ ਪੂਰੀ ਤਰ੍ਹਾਂ ਮੰਨਾਂਗਾ। ਇੱਕ ਗੱਲ ਹੋਰ, ਜਿਵੇਂ ਕਿ ਮੈਂ ਪਹਿਲਾਂ ਮਨੁੱਖੀ ਜਾਮੇ ਵਿੱਚ ਰਹਿ ਚੁੱਕਾ ਹਾਂ, ਇਸ ਕਰਕੇ ਮਨੁੱਖ ਦੇ ਸਾਰੇ ਦਾਅ ਪੇਚ ਸਮਝਦਾ ਹਾਂ ਅਤੇ ਮੈਨੂੰ ਇਹ ਵੀ ਪਤਾ ਹੈ ਕਿ ਬੰਦੇ ਤੋਂ ਕਿੰਜ ਬਚਣਾ ਹੈ। ਲੀ ਨੇ ਬੜੇ ਫਕਰ ਨਾਲ ਕਿਹਾ, ਇੰਨਾ ਵੀ ਸੌਖਾ ਕੰਮ ਨਾ ਸਮਝੀ। ਭੁੱਖੀ ਮਛਲੀ ਅਕਸਰ ਖਤਰੇ ਵਿੱਚ ਫਸ ਜਾਂਦੀ ਹੈ। ਕੁਝ ਗੱਲਾਂ ਧਿਆਨ ਨਾਲ ਸੁਣ ਅਤੇ ਹਮੇਸ਼ਾ ਯਾਦ ਰੱਖੀ। ਇੱਕ ਤਾਂ ਇਹ ਕਿ ਕਦੇ ਭੁੱਲ ਕੇ ਵੀ ਕੋਈ ਚਮਕਦੀ ਚੀਜ਼ ਨਾ ਖਾਵੀਂ, ਭਾਵੇਂ ਕਿੰਨਾ ਵੀ ਤੇਰੇ ਮੂੰਹ ਵਿੱਚ ਪਾਣੀ ਕਿਉਂ ਨਾ ਆਵੇ। ਦੂਸਰੀ ਗੱਲ ਕਿ ਜਦੋਂ ਵੀ ਕੋਈ ਜਾਲ ਵਿਛਿਆ ਵੇਖੇ, ਉਸ ਦੇ ਉਲਟੇ ਪਾਸੇ ਨੂੰ ਜਾਵੀਂ। ਸਭ ਜਲ ਜੀਵਾਂ ਦਾ ਆਦਰ ਕਰੀਂ। ਅੱਜ ਮੈਂ ਤੈਨੂੰ ਤੇਰਾ ਖਾਣਾ ਆਪਣੀ ਸ਼ਾਹੀ ਰਸੋਈ ਵਿੱਚੋਂ ਪੇਸ਼ ਕਰਦੀ ਹਾਂ, ਪਰ ਅੱਗੇ ਤੋਂ ਤੈਨੂੰ ਆਪਣੇ ਖਾਣੇ ਦਾ ਪ੍ਰਬੰਧ ਖੁਦ ਹੀ ਕਰਨਾ ਪਵੇਗਾ। ਲੀ ਨੇ ਮੱਛੀ ਬਣਨ ਉਪਰੰਤ ਸ਼ਾਹੀ ਮੱਛੀ ਅਤੇ ਰਾਜੇ ਦਾ ਧੰਨਵਾਦ ਕੀਤਾ ਅਤੇ ਆਪਣੀ ਪੂਛ ਅਤੇ ਖੰਭਾਂ ਦਾ ਜਾਇਜ਼ਾ ਲੈਣ ਲਈ ਤੈਰਨਾ ਸ਼ੁਰੂ ਕੀਤਾ। ਪਹਿਲੀ ਵਾਰੀ ਮੱਛੀ ਬਣ ਕੇ ਤੈਰਨਾ ਕੋਈ ਸੌਖਾ ਕੰਮ ਨਹੀਂ ਸੀ। ਦੋ ਲੱਤਾਂ ਦੀ ਬਜਾਏ ਇੱਕੋ ਲੰਮੀ ਪੂਛ ਅਤੇ ਲੰਬੇ ਧੜ ਨਾਲ ਉਹ ਗੋਲ ਗੋਲ ਘੁੰਮਣ ਲੱਗਾ। ਉਸ ਨੂੰ ਢੰਗ ਨਾਲ ਤੈਰਨਾ ਸਿੱਖਣ ਲਈ ਕਈ ਘੰਟੇ ਲੱਗ ਗਏ। ਫਿਰ ਹੌਲੀ ਹੌਲੀ ਉਹ ਸਹਿਜ ਹੋ ਗਿਆ। ਹੁਣ ਉਸ ਨੂੰ ਵੀ ਮੱਛੀਆਂ ਵਾਂਗ ਤੈਰਨਾ ਸੌਖਾ ਲੱਗਣ ਲੱਗ ਪਿਆ। ਵਾਹ, ਪਾਣੀ ਕਿੰਨਾ ਕੂਲਾ ਤੇ ਠੰਡਾ ਏ। ਉਹ ਬੜਾ ਖੁਸ਼ ਹੋ ਗਿਆ ਅਤੇ ਸੋਚਣ ਲੱਗਾ ਕਿ ਸੱਚਮੁੱਚ ਹੁਣ ਮੈਂ ਇੰਨੀ ਖੂਬਸੂਰਤ ਜ਼ਿੰਦਗੀ ਜੀਵਾਂਗਾ ਜਿਸ ਦੀ ਕਵੀ ਲੋਕ ਮਹਿਜ ਕਲਪਨਾ ਹੀ ਕਰਦੇ ਨੇ। ਇਹ ਸੋਚ ਕੇ ਉਹ ਖੁਸ਼ੀ ਵਿੱਚ ਚਹਿਕ ਉੱਠਿਆ। ਬਹੁਤ ਘੰਟੇ ਏਦਾਂ ਹੀ ਖੁਸ਼ੀ ਵਿੱਚ ਬੀਤ ਗਏ। ਫਿਰ ਇੱਕਦਮ ਉਸਨੂੰ ਬੜੀ ਭੁੱਖ ਲੱਗ ਗਈ। ਖਾਣ ਲਈ ਕਿੱਥੋਂ ਕੁਝ ਲੱਭਾਂ, ਉਹ ਸੋਚਣ ਲੱਗ ਪਿਆ। ਕਾਫੀ ਚਿਰ ਉਸਨੂੰ ਖਾਣ ਲਈ ਕੁਝ ਨਾ ਲੱਭਾ। ਫਿਰ ਥੱਕ ਹਾਰ ਕੇ ਉਹ ਤੈਰਦਾ ਤੈਰਦਾ ਪਾਣੀ ਦੀ ਉੱਪਰਲੀ ਸਤ੍ਹਾ ਵੱਲ ਆਇਆ। ਉਸਨੂੰ ਅਚਾਨਕ ਇੱਕ ਰੰਗ ਬਰੰਗੀ ਲਿਸ਼ਕਾ ਮਾਰਦੀ ਸੁੰਡੀ ਪਾਣੀ ਵਿੱਚ ਤੈਰਦੀ ਨਜ਼ਰ ਆਈ। ਇਹ ਵੇਖ ਕੇ ਲੀ ਦੇ ਬਦਨ ਵਿੱਚ ਹਰਕਤ ਹੋਈ। ਉਸਦੀ ਪੂਛ ਫੜਫੜਾਉਣ ਲੱਗੀ। ਉਸਦੇ ਖੰਭ ਪਾਣੀ ਨੂੰ ਠਕੋਰਨ ਲੱਗੇ। ਉਹ ਉਸ ਲਿਸ਼ਕਦੀ ਰੰਗੀਨ ਸੁੰਡੀ ਤੇ ਝਪਟਣ ਹੀ ਵਾਲਾ ਸੀ ਕਿ ਉਸਨੂੰ ਰਾਜਾ ਮੱਛੀ ਦੀ ਨਸੀਹਤ ਯਾਦ ਆ ਗਈ। ਉਸਨੇ ਕਿਹਾ ਸੀ ਕਿ ਲਿਸ਼ਕਾ ਮਾਰਦੀ ਕੋਈ ਚੀਜ਼ ਭਾਵੇਂ ਕਿੰਨੀ ਵੀ ਲੁਭਾਵਨੀ ਕਿਉਂ ਨਾ ਹੋਵੇ, ਉਸਦੇ ਅੰਦਰ ਕੁੰਡੀ ਲੁਕੀ ਹੋਈ ਹੋ ਸਕਦੀ ਹੈ। ਉਹ ਅਜਿਹੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਕਿ ਰੰਗ ਬਰੰਗੀ ਲਿਸ਼ਕਾ ਮਾਰਦੀ ਸੁੰਡੀ ਉਸਦੇ ਮੂੰਹ ਕੋਲ ਆ ਗਈ। ਲੀ ਨੇ ਸੋਚਿਆ, ਕਿੰਨੀ ਸਵਾਦ ਹੋਵੇਗੀ ਇਹ ਰੰਗੀਨ ਸੁੰਡੀ। ਭਲਾ ਇਹ ਨਿੱਕੀ ਜਿਹੀ ਸੁੰਡੀ ਮੇਰਾ ਕੀ ਵਿਗਾੜ ਲਵੇਗੀ। ਲੀ ਭੁੱਖ ਨਾਲ ਬੇਹਾਲ ਹੋ ਚੁੱਕਾ ਸੀ। ਹੁਣ ਉਹ ਆਪਣੀ ਭਾਰੀ ਦੇਹ ਅਤੇ ਨਿੱਕੀ ਜਿਹੀ ਪੂਛ ਨੂੰ ਵੀ ਹਿਲਾਉਣ ਦੇ ਯੋਗਾ ਨਹੀਂ ਸੀ। ਉਹ ਤਲਾਬ ਦੀ ਤਹਿ ਨਾਲ ਧੰਮ ਕਰਕੇ ਜਾ ਟਕਰਾਇਆ। ਸੁੰਡੀ ਖਾ ਲੈਣ ਵਿੱਚ ਕੀ ਹਰਜ਼ ਹੈ, ਕਹਿ ਕੇ ਲੀ ਜਿਵੇਂ ਕਿਵੇਂ ਪਾਣੀ ਦੀ ਉਤਲੀ ਸਤਹ ਤੱਕ ਆ ਗਿਆ। ਸੁੰਡੀ ਹਜੇ ਵੀ ਉਵੇਂ ਹੀ ਲਿਸ਼ਕਾ ਮਾਰ ਰਹੀ ਸੀ। ਜਿਉਂ ਹੀ ਉਸਨੂੰ ਮੂੰਹ ਵਿੱਚ ਪਾਇਆ, ਨਾਲ ਹੀ ਇੱਕਦਮ ਕੁੰਡੀ ਖਿੱਚੀ ਗਈ। ਉਸਦੇ ਸੰਗ ਵਿੱਚ ਇੱਕ ਬੜੀ ਨੁਕੀਲੀ ਤਿੱਖੀ ਚੀਜ਼ ਫਸ ਗਈ। ਉਹ ਸੋਚਣ ਦਾ ਕੋਈ ਫਾਇਦਾ ਨਹੀਂ ਸੀ ਕਿ ਉਹ ਲਾਲਚ ਤੋਂ ਦੂਰ ਰਹੇ। ਉਸਨੂੰ ਕੁੰਡੀ ਪਾ ਕੇ ਕੋਈ ਉੱਪਰ ਖਿੱਚੀ ਜਾ ਰਿਹਾ ਸੀ। ਇਸ ਨਾਲੋਂ ਤਾਂ ਚੰਗਾ ਸੀ ਕਿ ਉਹ ਠੰਡੀ ਪਾਣੀ ਵਿੱਚ ਭੁੱਖਾ ਹੀ ਮਰ ਜਾਂਦਾ। ਉਸਨੇ ਬੜੀ ਜੱਦੋ-ਜਹਿਦ ਕੀਤੀ, ਪਰ ਬੇਅਰਥ। ਇੱਕ ਜਾਣੀ ਪਹਿਚਾਨੀ ਆਵਾਜ਼ ਨੇ ਕੁੰਡੀ ਪਾ ਕੇ ਉਸਨੂੰ ਖਿੱਚ ਕੇ ਕੰਢੇ ਤੇ ਪੱਧਰੀ ਜਿਹੀ ਕਿਸ਼ਤੀ ਵਿੱਚ ਲਿਆ ਸੁੱਟਿਆ। ਉਹ ਕਹਿ ਰਿਹਾ ਸੀ, ਵਾਹ, ਅੱਜ 3 ਪੂਰਨਮਾਸ਼ੀਆਂ ਬਾਅਦ ਮੈਂ ਸਭ ਤੋਂ ਵੱਡੀ ਮੱਛੀ ਫੜੀ ਹੈ। ਕਿੰਨੀ ਚੰਗੀ ਕਿਸਮਤ ਹੈ ਮੇਰੀ। ਇਹ ਆਵਾਜ਼ ਉਸ ਮਛੇਰੇ ਦੀ ਸੀ ਜੋ ਹਰ ਰੋਜ਼ ਲੀ ਦੇ ਮੇਜ਼ ਤੇ ਉਸਦਾ ਖਾਣਾ ਪਰੋਸਦਾ ਸੀ।
ਉਦੋਂ ਤੋਂ ਜਦੋਂ ਤੋਂ ਇਸ ਪਿੰਡ ਵਿੱਚ ਉਹ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾਉਣ ਆਇਆ ਸੀ। ਬਸ ਮੈਂ ਇਸ ਮਸ਼ੇਰੇ ਚਾਂਗ ਨੂੰ ਆਪਣੇ ਬਾਰੇ ਦੱਸਾਂਗਾ ਤਾਂ ਉਹ ਇੱਕਦਮ ਮੈਨੂੰ ਆਜ਼ਾਦ ਕਰ ਦੇਵੇਗਾ ਅਤੇ ਫਿਰ ਮੈਨੂੰ ਕਦੇ ਵੀ ਕੁੰਡੀ ਨਹੀਂ ਲਾਵੇਗਾ। ਇਹ ਸੋਚ ਕੇ ਲੀ ਬੋਲਿਆ। ਮੈਂ ਕਿਹਾ, ਚਾਂਗ ਤੂੰ ਮੈਨੂੰ ਫੜ ਤਾਂ ਲਿਆ ਹੈ, ਪਰ ਤੈਨੂੰ ਪਤਾ ਨਹੀਂ ਲੱਗਾ ਕਿ ਮੈਂ ਲੀ ਹਾਂ, ਤੇਰਾ ਪੁਰਾਣਾ ਮਾਲਿਕ। ਮੈਂ ਇਸ ਵਾਰ ਤੇਰੀ ਇਸ ਗਲਤੀ ਲਈ ਤੈਨੂੰ ਮੁਆਫ ਕਰ ਦੇਵਾਂਗਾ। ਪਰ ਚਾਂਗ ਤਾਂ ਬਚਪਨ ਤੋਂ ਹੀ ਬਹੁਤ ਉੱਚਾ ਸੁਣਦਾ ਸੀ। ਚਾਂਗ ਨੇ ਇੱਕੋ ਝਟਕੇ ਨਾਲ ਮੱਛੀ ਨੂੰ ਕੁੰਡੀ ਚੋਂ ਕੱਢਿਆ ਤੇ ਚੁੱਕਦਿਆਂ ਅੰਦਾਜ਼ਾ ਲਾਉਣ ਲੱਗਾ, ਭਲਾ ਮੈਨੂੰ ਇਸ ਦੇ ਕਿੰਨੇ ਕੁ ਪੈਸੇ ਮਿਲ ਜਾਣਗੇ। ਇਸ ਨੂੰ ਲੀ ਦੀ ਕੋਈ ਗੱਲ ਸੁਣਾਈ ਨਾ ਦਿੱਤੀ। ਛੇਤੀ ਕਰ, ਮੈਨੂੰ ਸਾਹ ਨਹੀਂ ਆ ਰਿਹਾ, ਲੀ ਤੜਫ ਕੇ ਬੋਲਿਆ। ਉਸ ਨੂੰ ਯਾਦ ਆਇਆ ਕਿ ਅੱਜ ਮਛੇਰਿਆਂ ਦਾ ਖਾਸ ਦਿਨ ਹੈ। ਚਾਂਗ ਇੰਨੇ ਚਿਰ ਨੂੰ ਕੰਢੇ ਤੇ ਪਹੁੰਚ ਗਿਆ। ਉਸ ਨੂੰ ਤਾਹੀਓਂ ਪਤਾ ਲੱਗਾ ਜਦੋਂ ਉਸ ਨੂੰ ਸਾਥੀ ਮੱਛੀਆਂ ਦੇ ਨਾਲ ਇੱਕ ਬਾਲਟੀ 'ਚ ਵਗਾ ਕੇ ਮਾਰਿਆ। ਓਹੋ, ਇਹ ਖਤਰਨਾਕ ਸਫ਼ਰ ਸੀ ਇਸ ਧਰਤੀ ਦਾ। ਉਸ ਕੋਲ ਇੱਕ ਘੁੱਟ ਪਾਣੀ ਹੀ ਰਹਿ ਗਿਆ ਸੀ ਜਿਸ ਵਿੱਚ ਕਿ ਉਹ ਉੱਭੇ ਸਾਹ ਲੈ ਰਿਹਾ ਸੀ। ਲੀ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਉਸਨੇ ਘਰ ਦੇ ਦਰਵਾਜ਼ੇ ਤੋਂ ਆਪਣੇ ਦੋਸਤ ਸਿੰਘ ਨੂੰ ਬਾਹਰ ਨਿਕਲਦੇ ਹੋਏ ਵੇਖਿਆ। ਓਏ ਸਿੰਘ, ਲੀ ਚੀਖਵੀਂ ਆਵਾਜ਼ ਵਿੱਚ ਬੋਲਿਆ, ਮੇਰੀ ਮਦਦ ਕਰ। ਇਹ ਕੱਛੂ ਕੰਮੇ ਦੀ ਔਲਾਦ ਮੇਰਾ ਕਤਲ ਕਰਨਾ ਚਾਹੁੰਦੀ ਹੈ। ਇਹ ਮੈਨੂੰ ਇਹਨਾਂ ਮੱਛੀਆਂ ਦੇ ਨਾਲ ਇੱਥੇ ਲੈ ਆਇਆ ਹੈ ਤੇ ਇਹਨੂੰ ਸੁਣਦਾ ਹੀ ਨਹੀਂ ਕਿ ਮੈਂ ਇਸ ਦਾ ਮਾਲਕ ਲੀ ਹਾਂ। ਕਿਰਪਾ ਕਰਕੇ ਇਹਨੂੰ ਕਹਿ ਕੇ ਮੈਨੂੰ ਇੱਥੋਂ ਲੈ ਜਾਵੇ ਤੇ ਝੀਲ ਵਿੱਚ ਛੱਡ ਆਵੇ। ਉੱਥੇ ਠੰਡ ਹੈ ਤੇ ਮੈਨੂੰ ਜਲ ਜੀਵਨ ਚਾਹੀਦਾ ਏ ਜੋ ਧਰਤੀ ਦੀ ਜ਼ਿੰਦਗੀ ਤੋਂ ਕਿਤੇ ਬਿਹਤਰ ਹੈ। ਲੀ ਆਪਣੇ ਦੋਸਤ ਦਾ ਜਵਾਬ ਸੁਣਨ ਲਈ ਇੱਕ ਪਲ ਚੁੱਪ ਹੋਇਆ, ਪਰ ਅੱਗਿਓਂ ਕੋਈ ਜਵਾਬ ਨਾ ਆਇਆ। ਮੇਰੀ ਬੇਨਤੀ ਹੈ ਜਨਾਬ ਕਿ ਮੇਰੀ ਇਸ ਮੱਛੀ ਵੱਲ ਤਾਂ ਵੇਖੋ ਜੋ ਮੈਂ ਹੁਣੇ ਫੜ ਕੇ ਲਿਆਇਆ ਹਾਂ। ਬੁੱਢੇ ਮਛੇਰੇ ਨੇ ਸਿੰਘ ਨੂੰ ਕਿਹਾ, ਇਹ ਇਸ ਮੌਸਮ ਦੀ ਸਭ ਤੋਂ ਆਲਾ ਮੱਛੀ ਹੈ। ਮੈਂ ਇਹ ਇਸ ਲਈ ਲਿਆਇਆ ਹਾਂ ਕਿ ਤੁਸੀਂ ਅਤੇ ਮੇਰੇ ਸਤਿਕਾਰਯੋਗ ਮਾਲਕ ਲੀ ਇਸ ਨੂੰ ਖਾ ਕੇ ਜਸ਼ਨ ਮਨਾਉਣ। ਇਹ ਮੱਛੀ ਉਹਨਾਂ ਦੀ ਮਨਪਸੰਦ ਖੁਰਾਕ ਹੈ। ਤੇਰਾ ਬਹੁਤ ਬਹੁਤ ਧੰਨਵਾਦ ਮੇਰੇ ਪਿਆਰੇ ਚਾਂਗ, ਪਰ ਮੈਂ ਤੈਨੂੰ ਦੱਸ ਦਿਆਂ ਕਿ ਲੀ ਇਹ ਮੱਛੀ ਹਾਲੇ ਕੁਝ ਦਿਨ ਨਹੀਂ ਖਾ ਸਕੇਗਾ ਕਿਉਂਕਿ ਉਸ ਨੂੰ ਤੇਜ਼ ਬੁਖਾਰ ਚੜਿਆ ਹੋਇਆ ਏ। ਇੱਥੇ ਤੂੰ ਬਹੁਤ ਗਲਤ ਹੈ, ਲੀ ਚਿল্ਲਾਇਆ, ਸਾਰਾ ਜ਼ੋਰ ਲਾ ਕੇ ਆਪਣਾ ਸਿਰ ਚੁੱਕਦਾ ਹੋਇਆ ਕਹਿਣ ਲੱਗਾ, ਮੈਂ ਇੱਥੇ ਮਰਨੇ ਪਿਆ ਹੋਇਆ ਹਾਂ। ਕੀ ਤੂੰ ਆਪਣੇ ਪੁਰਾਣੇ ਦੋਸਤ ਨੂੰ ਨਹੀਂ ਪਹਿਚਾਣਦਾ? ਮੈਨੂੰ ਇਸ ਮੁਸੀਬਤ ਤੋਂ ਬਚਾ ਲੈ, ਇਸ ਦੇ ਬਦਲੇ ਵਿੱਚ ਭਾਵੇਂ ਮੇਰਾ ਸਾਰਾ ਪੈਸਾ ਲੈ ਲੈ। ਪੈਸਾ ਸ਼ਬਦ ਸੁਣਦਿਆਂ ਸਿੰਘ ਦੇ ਕੰਨ ਖੜੇ ਹੋ ਗਏ। ਸਿੰਘ ਮੱਛੀ ਵੱਲ ਵੇਖ ਕੇ ਬੋਲਿਆ, ਕਿਤੇ ਇਹ ਮੱਛੀ ਤਾਂ ਨਹੀਂ ਬੋਲੀ? ਸਿੰਘ ਨੇ ਉੱਚੀ ਬੋਲ ਕੇ ਚਾਂਗ ਨੂੰ ਸਮਝਾਇਆ, ਪਰ ਉਸਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਆਵਾਜ਼ ਆਈ ਕਿੱਥੋਂ ਏ। ਕੀ ਕਿਹਾ? ਬੋਲਣ ਵਾਲੀ ਮੱਛੀ? ਚਾਂਗ ਹੱਸ ਪਿਆ। ਮੈਂ 60 ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ, ਮੈਂ ਕਦੇ ਵੀ ਬੋਲਣ ਵਾਲੀ ਮੱਛੀ ਨਹੀਂ ਵੇਖੀ। ਬੋਲਣ ਵਾਲੇ ਪੰਛੀ ਤਾਂ ਸੁਣੇ ਸਨ, ਬੋਲਣ ਵਾਲੇ ਜਾਨਵਰ ਵੀ ਨੇ, ਪਰ ਬੋਲਣ ਵਾਲੀ ਮੱਛੀ, ਇਸ ਬਾਰੇ ਤਾਂ ਕਦੀ ਨਹੀਂ ਸੁਣਿਆ। ਮੇਰਾ ਖਿਆਲ ਹੈ ਜ਼ਰੂਰ ਤੁਹਾਡੇ ਕੰਨ ਵੱਜਦੇ ਨੇ, ਪਰ ਆ ਵੱਡੀ ਮੱਛੀ ਨੂੰ ਜਦੋਂ ਮੈਂ ਰਸੋਈ ਵਿੱਚ ਲੈ ਕੇ ਗਿਆ ਤਾਂ ਜ਼ਰੂਰ ਬੋਲੇਗੀ, ਚਾਂਗ ਨੇ ਹੱਸਦਿਆਂ ਕਿਹਾ। ਮੇਰਾ ਖਿਆਲ ਹੈ ਕਿ ਰਸੋਈਏ ਨੇ ਵੀ ਐਡੀ ਮੱਛੀ ਕਦੇ ਨਹੀਂ ਵੇਖੀ ਹੋਣੀ। ਹਜ਼ੂਰ, ਤੁਹਾਡੇ ਮੂੰਹ ਵਿੱਚ ਵੀ ਪਾਣੀ ਆ ਰਿਹਾ ਹੋਵੇਗਾ ਇਸ ਨੂੰ ਵੇਖ ਕੇ। ਪਰ ਮਾੜੀ ਕਿਸਮਤ ਨੂੰ ਮਾਲਕ ਲੀ ਇਸ ਨੂੰ ਖਾਣ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਣਗੇ। ਆਪਣੇ ਆਪ ਨੂੰ ਖਾਣ ਵਿੱਚ ਮਦਦ? ਇਹ ਸੁਣ ਕੇ ਵਿਚਾਰਾ ਲੀ ਬੁੜਬੁੜਾਇਆ। ਪਾਣੀ ਬਗੈਰ ਲੀ ਹੁਣ ਮਰਨ ਕਿਨਾਰੇ ਹੋ ਗਿਆ ਸੀ। ਉਹ ਫਿਰ ਬੁੜਬੁੜਾਇਆ, ਮੈਨੂੰ ਕਿਸੇ ਦੈਤ ਜਾਂ ਆਦਮਖੋਰ ਕੋਲ ਹੀ ਲੈ ਚੱਲੋ। ਪਰ ਬੁੱਢੇ ਅਤੇ ਉੱਚਾ ਸੁਣਨ ਵਾਲੇ ਚਾਂਗ ਦੇ ਪੱਲੇ ਕੁਝ ਵੀ ਨਾ ਪਿਆ। ਬੁੱਢਾ ਚਾਂਗ ਘਰ ਦੇ ਨੌਕਰ ਨੂੰ ਬੁਲਾਉਣ ਲਈ ਘਰ ਦੇ ਬਾਹਰ ਨੌਕਰਾਂ ਦੀ ਰਿਹਾਇਸ਼ ਵਾਲੇ ਬਾਹਰਲੇ ਕਮਰੇ ਵਿੱਚ ਗਿਆ। ਲੀ ਨੂੰ ਪੂਛੋਂ ਫੜ ਕੇ ਉਹ ਬਾਵਰਚੀ ਕੋਲ ਲੈ ਗਿਆ ਤਾਂ ਕਿ ਉਹ ਚੰਗੀ ਤਰ੍ਹਾਂ ਮੁਆਇਨਾ ਕਰਕੇ ਵੇਖ ਸਕੇ ਕਿ ਉਸਨੇ ਬਹੁਤ ਵਧੀਆ ਮੱਛੀ ਫੜੀ ਹੈ। ਆਪਣੀ ਪੂਰੀ ਤਾਕਤ ਲਾ ਕੇ ਇੱਕਦਮ ਝਟਕੇ ਨਾਲ ਲੀ ਚਾਂਗ ਦੀ ਪਕੜ ਚੋਂ ਬਾਹਰ ਨਿਕਲਿਆ ਅਤੇ ਆਪਣੇ ਨੌਕਰ ਦੇ ਪੈਰਾਂ ਵਿੱਚ ਡਿੱਗ ਪਿਆ। ਮੈਨੂੰ ਬਚਾਓ, ਮੈਨੂੰ ਬਚਾਓ। ਇਹ ਵਿਚਾਰਾ ਚਾਂਗ ਤਾਂ ਬੋਲਾ ਏ, ਇਹਨੂੰ ਉੱਚਾ ਸੁਣਦਾ ਹੈ। ਇਹਨੂੰ ਇਹ ਨਹੀਂ ਪਤਾ ਕਿ ਮੈਂ ਲੀ ਹਾਂ, ਇਸ ਦਾ ਆਪਣਾ ਮਾਲਕ। ਮੇਰੀ ਮੱਛੀ ਆਵਾਜ਼ ਇੰਨੀ ਬੁਲੰਦ ਨਹੀਂ ਕਿ ਇਸ ਨੂੰ ਸੁਣਾਈ ਦੇ ਸਕੇ। ਮੈਨੂੰ ਮਿਹਰਬਾਨੀ ਕਰਕੇ ਤਲਾਬ ਵਿੱਚ ਛੱਡ ਆਓ, ਮੈਨੂੰ ਆਜ਼ਾਦ ਕਰ ਦਿਓ। ਤੈਨੂੰ ਉਮਰ ਭਰ ਲਈ ਪੈਨਸ਼ਨ ਲਾ ਦਿਆਂਗਾ। ਵਧੀਆ ਕੱਪੜੇ ਪਹਿਨੀ ਅਤੇ ਵਧੀਆ ਖਾਵੀਂ। ਸਿਰਫ ਮੇਰੀ ਇਹ ਗੱਲ ਮੰਨ ਲੈ ਮੇਰੇ ਪਿਆਰੇ ਰਸੋਈਏ। ਰਸੋਈਆ ਬੋਲਿਆ, ਮੈਨੂੰ ਲੱਗਦਾ ਇਹ ਮੱਛੀ ਬੋਲ ਰਹੀ ਹੈ, ਪਰ ਇਹ ਕਿਵੇਂ ਹੋ ਸਕਦਾ? ਸਿਰਫ ਅਨਪੜ੍ਹ ਤੇ ਮੂਰਖ ਕਿਸਮ ਦੀਆਂ ਔਰਤਾਂ ਜਾਂ ਪਰਦੇਸੀ ਲੋਕ ਇਹ ਯਕੀਨ ਰੱਖਦੇ ਨੇ ਕਿ ਮੱਛੀਆਂ ਵੀ ਬੋਲ ਸਕਦੀਆਂ ਨੇ। ਇਹ ਕਹਿ ਕੇ ਰਸੋਈਏ ਨੇ ਲੀ ਨੂੰ ਘੁੱਟ ਕੇ ਪੂਛੋਂ ਫੜਿਆ ਤੇ ਪਟਕਾ ਕੇ ਮੇਜ਼ ਉੱਤੇ ਸੁੱਟ ਦਿੱਤਾ। ਫਿਰ ਆਪਣੀ ਵੱਡੀ ਸਾਰੀ ਕਰਦ ਪੱਥਰ ਤੇ ਘਸਾ ਕੇ ਤਿੱਖੀ ਕਰਨ ਲੱਗ ਪਿਆ। ਇਹ ਵੇਖ ਕੇ ਲੀ ਤੜਫ ਉੱਠਿਆ।
ਹੁਣ ਤੂੰ ਮੇਰਾ ਚਾਕੂਆਂ ਨਾਲ ਜਿਸਮ ਚੀਰੇਂਗਾ, ਤੂੰ ਮੇਰੀ ਚਮੜੀ ਉਧੇੜੇਂਗਾ, ਤੂੰ ਮੇਰੇ ਖੂਬਸੂਰਤ ਖੰਭ ਵੱਢ ਸੁੱਟੇਂਗਾ, ਤੂੰ ਆਪਣੇ ਹੀ ਮਾਲਕ ਨੂੰ ਆਪਣੇ ਹੀ ਹੱਥਾਂ ਨਾਲ ਮਾਰ ਮੁਕਾਏਂਗਾ। ਰਸੋਈਏ ਨੂੰ ਕੁਝ ਅਜੀਬੋ ਗਰੀਬ ਆਵਾਜ਼ਾਂ ਤਾਂ ਸੁਣਾਈ ਦਿੱਤੀਆਂ, ਪਰ ਉਸਦੇ ਪਿੜ ਪੱਲੇ ਕੁਝ ਨਾ ਪਿਆ। ਫਿਰ ਰਸੋਈਏ ਨੇ ਮੱਛੀ ਬਣੇ ਲੀ ਵੱਲ ਨੀਝ ਨਾ ਵੇਖਿਆ ਤੇ ਕਹਿਣ ਲੱਗਾ, ਹੁਣ ਤੂੰ ਜ਼ਿਆਦਾ ਦੇਰ ਕੁਰੜ ਬੁਰੜ ਨਹੀਂ ਕਰੇਂਗੀ, ਮੈਂ ਤੈਨੂੰ ਹੁਣ ਆਪਣੀ ਕਰਦ ਦੇ ਕਰਤੱਵ ਵਿਖਾਉਣਾ ਹੈ। ਇਹ ਕਹਿ ਕੇ ਉਸਨੇ ਤਿੱਖੀ ਕੀਤੀ ਹੋਈ ਆਪਣੀ ਲੰਬੀ ਸਾਰੀ ਕਰਦ ਚੁੱਕੀ, ਹਵਾ ਵਿੱਚ ਲਹਿਰਾਈ ਤੇ ਹੈਂ ਕਰਕੇ ਮੱਛੀ ਵਿੱਚ ਖੋਪ ਦਿੱਤੀ। ਪੀੜ, ਖੌਫ ਅਤੇ ਬੇਬਸੀ ਦੇ ਆਲਮ ਵਿੱਚ ਲੀ ਚੀਕ ਉੱਠਿਆ। ਲੀ ਆਪਣੀ ਗੂੜੀ ਨੀਂਦ ਵਿੱਚੋਂ ਜਾਗ ਪਿਆ। ਇਹ ਉਸਦਾ ਬਹੁਤ ਹੀ ਖੌਫਨਾਕ ਸੁਪਨਾ ਸੀ। ਉਸਦਾ ਬੁਖਾਰ ਟੁੱਟ ਗਿਆ ਸੀ, ਪਰ ਉਹ ਹਜੇ ਵੀ ਆਪਣੇ ਖੌਫਨਾਕ ਸੁਪਨੇ ਵਿੱਚ ਆਪਣੀ ਹੋਣ ਵਾਲੀ ਮੌਤ ਬਾਰੇ ਸੋਚ ਕੇ ਲਗਾਤਾਰ ਕੰਬੀ ਜਾ ਰਿਹਾ ਸੀ। ਫਿਰ ਮਸੀਂ ਉਸਦੇ ਮੂੰਹੋਂ ਇਹ ਸ਼ਬਦ ਨਿਕਲੇ, ਹੇ ਮਹਾਤਮਾ ਬੁੱਧ, ਤੇਰਾ ਲੱਖ ਲੱਖ ਸ਼ੁਕਰ ਹੈ ਮੈਂ ਮੱਛੀ ਨਹੀਂ ਹਾਂ। ਉਸਨੇ ਆਲਾ ਦੁਆਲਾ ਵੇਖ ਕੇ ਤਸੱਲੀ ਕੀਤੀ ਤੇ ਕਿਹਾ, ਹਾਂ ਹੁਣ ਮੈਂ ਭਲਕੇ ਸਿੰਘ ਵੱਲੋਂ ਦਿੱਤੀ ਜਾਣ ਵਾਲੀ ਦਾਵਤ ਵਿੱਚ ਸ਼ਾਮਿਲ ਹੋਵਾਂਗਾ, ਪਰ ਉਸ ਚਾਂਗ ਵੱਲੋਂ ਫੜੀ ਉਹ ਨਾਯਾਬ ਮਛਲੀ ਕਿੱਥੇ ਗਈ? ਲੀ ਹਜੇ ਵੀ ਆਪਣੇ ਸੁਪਨੇ ਬਾਰੇ ਸੋਚ ਰਿਹਾ ਸੀ। ਕਾਸ਼ ਜੇ ਸੁਪਨਿਆਂ ਵਿੱਚ ਵੇਖੀਆਂ ਜਾਣ ਵਾਲੀਆਂ ਸਿਰਫ ਚੰਗੀਆਂ ਗੱਲਾਂ ਹੀ ਸੱਚ ਹੋਣ ਤਾਂ ਮੈਂ ਦਿਨ ਭਰ ਸੁਪਨੇ ਹੀ ਵੇਖਦਾ ਰਹਾਂ। ਇੱਕ ਲੰਬਾ ਸਾਹ ਭਰ ਕੇ ਲੀ ਬਾਹਰ ਦਰਵਾਜ਼ੇ ਵੱਲ ਵੇਖਣ ਲੱਗ ਪਿਆ। ਧੰਨਵਾਦ।